ਟੈਂਡਰ ਇਸ ਤਰੀਕੇ ਦੇ ਨਾਲ ਬਣਾਇਆ ਜਾਂਦਾ ਹੈ ਕਿ ਉਹ ਕੰਮ ਨਾ ਕਰ ਹੋ ਸਕੇ। ਜੇ ਉਹ ਕੰਮ ਹੋਏਗਾ ਤਾਂ ਉਸ ਕੰਮ 'ਚ ਕੋਈ ਨੁਕਸ ਨਿਕਲੇਗਾ। ਟੈਂਡਰ ਨੂੰ ਇਸ ਤਰੀਕੇ ਦੇ ਨਾਲ ਤਿਆਰ ਕੀਤਾ ਜਾਂਦਾ ਹੈ ਕਿ ਉਹਦੇ ਵਿੱਚ ਜਿਹੜੀਆਂ ਕੰਡੀਸ਼ਨਾਂ ਲਗਾਈਆਂ ਜਾਂਦੀਆਂ ਕਿ ਉਹ ਕੰਮ ਨਾ ਹੋਣ ਵਾਲੀਆਂ ਹੁੰਦੀਆਂ। 2000 ਕਰੋੜ ਰੁਪਇਆ ਉਹਨਾਂ ਤੋਂ ਰਿਕਵਰ ਕਰਨਾ ਚਾਹੀਦਾ ਹੈ। 2000 ਕਰੋੜ ਰੁਪਇਆ ਉਹਨਾਂ ਅਫਸਰਾਂ ਤੋਂ, ਉਹਨਾਂ ਦੀ ਤਨਖਾਹਾਂ 'ਚੋਂ, ਉਹਨਾਂ ਦੀ ਪੈਨਸ਼ਨਾਂ 'ਚੋਂ, ਉਹਨਾਂ ਦੀ ਜਾਇਦਾਦਾਂ ਤੋਂ, ਤਾਂ ਜਾ ਕੇ ਇਹ ਪੰਜਾਬ ਦੇ ਲੋਕਾਂ ਦੇ ਨਾਲ ਇਨਸਾਫ ਹੋਏਗਾ। ਪਟਿਆਲੇ ਦੇ ਵਿੱਚ 15 ਕਰੋੜ ਰੁਪਏ ਅਸੀਂ ਲਾਇਆ, ਉਹਦੇ ਵਿੱਚ ਵੀ ਬਹੁਤ ਵੱਡਾ ਨੁਕਸਾਨ ਹੋਇਆ। 24 ਸਾਲ 'ਚ ਪ੍ਰੋਜੈਕਟ ਕਿਉਂ ਨਹੀਂ ਸਿਰੇ ਚੜ੍ਹਦੇ? ਕਿਉਂਕਿ ਪ੍ਰੋਜੈਕਟਾਂ ਦੇ ਦੌਰਾਨ ਅਫਸਰਾਂ ਦੀ ਬਦਲੀ ਹੁੰਦੀ ਹੈ, ਫਾਈਲ ਨੂੰ ਜਾਂ ਤਾਂ ਨੀਚੇ ਭੇਜ ਦਿੱਤਾ ਜਾਂਦਾ ਹੈ ਜਾਂ ਨੀਚੇ ਤੋਂ ਫਾਈਲ ਉੱਪਰ ਭੇਜੀ ਜਾਂਦੀ ਹੈ। ਚਾਹੇ ਪਟਿਆਲੇ ਦਾ ਡੈਰੀ ਪ੍ਰੋਜੈਕਟ ਹੈ, ਚਾਹੇ ਪੰਜਾਬ ਦੇ ਇਹ ਸਾਡੇ ਕੂੜੇ ਨੂੰ ਸਾਂਭ ਸੰਭਾਲ ਵਾਸਤੇ ਸੀਗੇ, ਜਿਨ੍ਹਾਂ ਨੇ ਆਪਣੇ ਫੈਸਲੇ ਨਹੀਂ ਕੀਤੇ ਉਹਨਾਂ ਤੋਂ ਇਹ ਪੈਸਾ ਰਿਕਵਰ ਕਰਨਾ ਪਿਆ। ਤੇ ਜੇ ਉਹ ਟੈਂਡਰ ਸਿਰੇ ਨਹੀਂ ਚੜ੍ਹਦਾ, ਜਿਹੜੇ ਅਧਿਕਾਰੀ ਨੇ ਟੈਂਡਰ ਬਣਾਇਆ ਉਹਦੇ ਖਿਲਾਫ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ? ਕਿਉਂ ਨਹੀਂ ਉਸਦੀ ਜਿਹੜੀ ਹੈ ਕਿ ਸਸਪੈਂਸ਼ਨ ਜਾਂ ਉਹਦੀ ਨੌਕਰੀ ਦੇ ਉੱਪਰ ਗੱਲ ਲੈ ਕੇ ਆਈ ਜਾਂਦੀ? ਸਾਡੇ ਜਿਹੜੇ ਅੱਜ ਆਹ ਸੋਲਿਡ ਵੇਸਟ ਦਾ ਪ੍ਰੋਜੈਕਟ ਸਾਡਾ 11 ਸਾਲ ਤੋਂ ਲਟਕ ਰਿਹਾ, ਡੈਰੀ ਦਾ ਪ੍ਰੋਜੈਕਟ ਲਟਕ ਰਿਹਾ, ਤੁਸੀਂ ਦੱਸੋ ਇੱਕ ਸਿੰਗਲ ਕਿਸੇ ਅਧਿਕਾਰੀ ਦੇ ਖਿਲਾਫ ਕਦੇ ਕੋਈ ਗੱਲ ਵੀ ਕਿਸੇ ਨੇ ਸੁਣੀ ਹੋਵੇ ਜਾਂ ਕਿਸੇ ਨੇ ਪੁੱਛਿਆ ਵੀ ਹੋਵੇ? ਤੇ ਪ੍ਰਬੰਧਨ ਲੈ ਕੇ ਲਾਇਆ ਗਿਆ, ਕੀ ਕਹਿਣਾ ਚਾਹੋਗੇ ਐਜ਼ ਏ ਮੇਅਰ ਤੁਸੀਂ? ਦੇਖੋ, ਜਿਹੜਾ ਪੰਜਾਬ ਦੇ ਵਿੱਚ ਕੰਮਕਾਰ ਕਰਨ ਦਾ ਤਰੀਕਾ ਚੱਲ ਰਿਹਾ ਉਹਦੇ ਉੱਪਰ ਹਮੇਸ਼ਾ ਹੀ ਸਵਾਲੀਆ ਨਿਸ਼ਾਨ ਰਹੇ ਆ। ਮੈਂ ਇਸ ਦੇ ਵਿੱਚ ਸਿਰਫ ਤੇ ਸਿਰਫ ਇੱਕ ਜਿਹੜਾ ਸਾਡਾ ਪਟਿਆਲੇ ਦਾ ਜਿਹੜਾ ਸਾਡਾ ਸੋਲਿਡ ਵੇਸਟ ਦੇ ਵਾਸਤੇ ਸਾਡੇ ਟੈਂਡਰ ਲੱਗਿਆ ਸੀਗਾ 28 ਅਪ੍ਰੈਲ 2011 ਨੂੰ ਇਹ ਕੰਮ ਸ਼ੁਰੂ ਹੁੰਦਾ ਹੈ। ਉਸ ਤੋਂ ਬਾਅਦ ਸ਼ੁਰੂ ਹੋਈ ਹੁਣੀ ਇਸ ਪ੍ਰੋਜੈਕਟ ਦੇ ਉੱਪਰ 23 ਦਸੰਬਰ 2016 ਨੂੰ ਟੈਂਡਰ ਲੱਗਦਾ ਹੈ। ਦੂਜਾ ਟੈਂਡਰ 17 ਜਨਵਰੀ 2017 ਨੂੰ ਲੱਗਦਾ ਹੈ। ਉਸ ਤੋਂ ਬਾਅਦ ਇਹ ਪ੍ਰੋਜੈਕਟ ਜਿਹੜਾ NTPC ਦੇ ਨਾਲ ਮਿਲ ਕੇ ਚਲਾਇਆ ਜਾਂਦਾ ਹੈ। ਅੱਜ ਇਹ ਸਾਰੇ ਉਹ ਸਰਕਾਰ ਦੇ ਜਿਹੜੇ ਟੈਂਡਰ ਹੋਏ ਹਨ ਉਹਨਾਂ ਦੀ ਡਿਟੇਲ ਹੈ। ਇਹਦੇ ਨਾਲ ਜਿਹੜੇ ਵੱਖ-ਵੱਖ ਸਮੇਂ ਦੇ ਉੱਪਰ ਸਰਕਾਰ ਨੂੰ ਜਿਹੜੀ ਸਾਡੇ ਆਫਿਸ ਵੱਲੋਂ ਲਿਖੀ ਗਈ ਉਹਨਾਂ ਦੀ ਕਾਪੀ ਵੀ ਮੈਂ ਆਪ ਤੱਕ ਪਹੁੰਚਾਵਾਂਗਾ। ਅੱਜ ਤੁਹਾਡੇ ਨਾਲ ਗੱਲ ਕਰਨ ਦਾ ਜਿਹੜਾ ਵਿਸ਼ੇਸ਼ ਮਕਸਦ ਇਹ ਹੈ ਕਿ ਇਹ ਇੱਕ ਸਰਕਾਰ ਦੀ ਕਾਰਗੁਜ਼ਾਰੀ, ਜਿਸ ਤਰੀਕੇ ਦੇ ਨਾਲ ਸਰਕਾਰ ਕੰਮ ਕਰਦੀ ਹੈ, ਉਹਦੇ ਬਾਰੇ ਜਾਣਕਾਰੀ ਦੇਣਾ ਹੈ। 2011 ਤੋਂ ਲੈ ਕੇ ਅੱਜ ਤੱਕ ਇਹ ਫਾਈਲਾਂ, ਕਦੇ ਦੁੱਧੜ ਦੇ ਵਿੱਚ ਅਸੀਂ 20 ਏਕੜ ਜ਼ਮੀਨ ਲੈ ਕੇ ਉਹਦੇ ਉੱਪਰ ਪ੍ਰੋਜੈਕਟ ਸ਼ੁਰੂ ਕਰਦੇ ਹਾਂ, ਟੈਂਡਰ ਹੁੰਦਾ, ਸਿੰਗਲ ਟੈਂਡਰ ਆਉਂਦਾ, ਡਬਲ ਨਹੀਂ ਆਉਂਦਾ, ਡਬਲ ਆਉਂਦਾ, ਵਰਕ ਆਰਡਰ ਨਹੀਂ ਦਿੱਤਾ ਜਾਂਦਾ, ਨੁਕਸ ਕੱਢ ਦਿੱਤੇ ਜਾਂਦੇ ਟੈਕਨੀਕਲ ਤੌਰ 'ਤੇ, ਪ੍ਰਸ਼ਾਸਨਿਕ ਤੌਰ 'ਤੇ। ਪਰ ਉਸ ਦੇ ਵਿੱਚ 2011 ਤੋਂ ਲੈ ਕੇ ਅੱਜ 2022 ਚੱਲ ਰਿਹਾ ਹੈ। 11 ਸਾਲਾਂ ਦੇ ਵਿੱਚ ਇਸ ਪ੍ਰੋਜੈਕਟ ਦੇ ਉੱਪਰ ਕਿਸੇ ਵੀ ਤਰੀਕੇ ਦੀ ਫਾਈਲ ਦੇ ਉੱਪਰ ਕੰਮ ਹੁੰਦਾ ਹੈ। ਟੈਕਨੀਕਲ ਲੋਕ ਟੈਂਡਰ ਬਣਾਉਂਦੇ, ਟੈਂਡਰ ਇਸ ਤਰੀਕੇ ਦੇ ਨਾਲ ਬਣਾਇਆ ਜਾਂਦਾ ਹੈ ਕਿ ਉਹ ਕੰਮ ਨਾ ਕਰ ਹੋ ਸਕੇ। ਜੇ ਉਹ ਕੰਮ ਹੋਏਗਾ ਤਾਂ ਉਸ ਕੰਮ 'ਚ ਕੋਈ ਨੁਕਸ ਨਿਕਲੇਗਾ। ਟੈਂਡਰ ਨੂੰ ਇਸ ਤਰੀਕੇ ਦੇ ਨਾਲ ਤਿਆਰ ਕੀਤਾ ਜਾਂਦਾ ਹੈ ਕਿ ਉਹਦੇ ਵਿੱਚ ਜਿਹੜੀਆਂ ਕੰਡੀਸ਼ਨਾਂ ਲਗਾਈਆਂ ਜਾਂਦੀਆਂ ਕਿ ਉਹ ਕੰਮ ਨਾ ਹੋਣ ਵਾਲੀਆਂ ਹੁੰਦੀਆਂ। ਮਤਲਬ ਮਾਪਦੰਡ ਨਹੀਂ ਸਹੀ। ਬਿਲਕੁਲ ਜੀ, ਕੋਈ ਜਿਹੜੇ ਮਾਪਦੰਡ ਉਸ ਤਰੀਕੇ ਦੇ ਰੱਖੇ ਜਾਂਦੇ ਕਿ ਤਾਂ ਕਿ ਕੋਈ ਕੰਮ ਨਾ ਕਰ ਸਕੇ। ਅੱਜ 11 ਸਾਲਾਂ ਦੇ ਵਿੱਚ ਜੇ 2000 ਕਰੋੜ ਰੁਪਏ ਦੀ ਜਿਹੜੀ ਇਹ NGT ਦੀ ਸਾਨੂੰ ਫਾਈਨ ਲੱਗਿਆ, ਜੇ ਇਸ ਦੇ ਵਿੱਚ ਅੱਜ ਸਰਕਾਰ ਦੇ ਅੱਗੇ ਬਹੁਤ ਵੱਡਾ ਇੱਕ ਕਦਮ ਚੁੱਕਣਾ ਚਾਹੀਦਾ ਜਿਹਦੇ ਨਾਲ ਪੰਜਾਬ ਦੇ ਸਾਰੇ ਸਰਕਾਰਾਂ ਦੇ ਕੰਮਕਾਰ ਦਾ ਜਿਹੜਾ ਤਰੀਕਾ ਹੈ ਉਹ ਬਹੁਤ ਵਧੀਆ ਠੀਕ ਹੋ ਜਾਏਗਾ। ਇਹ 2000 ਕਰੋੜ ਰੁਪਇਆ ਪਿਛਲੀਆਂ ਸਾਰੀਆਂ ਫਾਈਲਾਂ ਚੱਕ ਕੇ ਜਿਹੜੇ ਪ੍ਰੋਜੈਕਟ ਦੇ ਵਿੱਚ ਜਿਸ ਟੈਕਨੀਕਲ ਵਿਅਕਤੀ ਦੀ, ਜਿਸ ਪ੍ਰਸ਼ਾਸਨਿਕ ਦੇ ਹੈ ਉਹਨਾਂ ਦੀ 2000 ਕਰੋੜ ਰੁਪਇਆ ਉਹਨਾਂ ਤੋਂ ਰਿਕਵਰ ਕਰਨਾ ਚਾਹੀਦਾ ਹੈ। 2000 ਕਰੋੜ ਰੁਪਇਆ ਉਹਨਾਂ ਅਫਸਰਾਂ ਤੋਂ, ਉਹਨਾਂ ਦੀ ਤਨਖਾਹਾਂ 'ਚੋਂ, ਉਹਨਾਂ ਦੀ ਪੈਨਸ਼ਨਾਂ 'ਚੋਂ, ਉਹਨਾਂ ਦੀ ਜਾਇਦਾਦਾਂ ਤੋਂ, ਤਾਂ ਜਾ ਕੇ ਇਹ ਪੰਜਾਬ ਦੇ ਲੋਕਾਂ ਦੇ ਨਾਲ ਇਨਸਾਫ ਹੋਏਗਾ। ਤੇ ਅੱਗੇ ਆਉਣ ਵਾਲੇ ਪ੍ਰੋਜੈਕਟ, ਜਿਸ ਤਰ੍ਹਾਂ ਪਟਿਆਲੇ ਵਿੱਚ ਡੈਰੀ ਦਾ ਪ੍ਰੋਜੈਕਟ 24 ਸਾਲ ਤੋਂ ਲਟਕ ਰਿਹਾ, ਲੋਕਾਂ ਨੇ ਅਪਲਾਈ ਨਹੀਂ ਕੀਤੀਆਂ, 66 ਲੋਕਾਂ ਨੇ ਅਪਲਾਈ ਕੀਤਾ ਹੈ, 133 ਸਾਡੇ ਕੋਲ ਪਲਾਟ ਹੈ, ਬਾਕੀ ਲੋਕ ਲੈ ਨਹੀਂ ਰਹੇ। ਪਟਿਆਲੇ ਦੇ ਜਿਹੜੇ ਕਾਰਪੋਰੇਸ਼ਨ ਤੋਂ ਆਊਟਰ ਦੇ ਜਿਹੜੇ ਏਰੀਆ ਹੈ ਉਹਨਾਂ ਦੇ ਡੈਰੀ ਦਾ ਜਿਹੜਾ ਗੋਹਾ ਹੈ ਉਹ ਸਾਡੇ ਸਾਰੇ ਸੀਵਰ ਦੇ ਵਿੱਚ ਆ ਰਿਹਾ। ਪਟਿਆਲੇ ਦੇ ਵਿੱਚ 15 ਕਰੋੜ ਰੁਪਏ ਅਸੀਂ ਲਾਇਆ, ਉਹਦੇ ਵਿੱਚ ਵੀ ਬਹੁਤ ਵੱਡਾ ਨੁਕਸਾਨ ਹੋਇਆ। 24 ਸਾਲ 'ਚ ਪ੍ਰੋਜੈਕਟ ਕਿਉਂ ਨਹੀਂ ਸਿਰੇ ਚੜ੍ਹਦੇ? ਕਿਉਂਕਿ ਪ੍ਰੋਜੈਕਟਾਂ ਦੇ ਦੌਰਾਨ ਅਫਸਰਾਂ ਦੀ ਬਦਲੀ ਹੁੰਦੀ ਹੈ, ਫਾਈਲ ਨੂੰ ਜਾਂ ਤਾਂ ਨੀਚੇ ਭੇਜ ਦਿੱਤਾ ਜਾਂਦਾ ਹੈ ਜਾਂ ਨੀਚੇ ਤੋਂ ਫਾਈਲ ਉੱਪਰ ਭੇਜੀ ਜਾਂਦੀ ਹੈ। ਜਿਹੜੇ ਅਫਸਰ ਹਨ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਆ, ਕੰਮ ਨਾ ਕਰਨਾ ਉਹ ਬਿਹਤਰ ਸਮਝਦੇ ਆ ਕਿ ਕੰਮ ਕਰਾਂਗੇ ਤਾਂ ਸਾਡੇ ਉੱਪਰ ਜਿਹੜੀ ਸਾਨੂੰ ਕੋਈ ਪੁੱਛ ਪੜਤਾਲ ਹੋਏਗੀ ਕਿ ਇਹ ਕੰਮ ਚੰਗਾ ਮਾੜਾ ਕਿਉਂ ਹੋਇਆ,
ਇਸ ਦੇ ਵਾਸਤੇ ਜਿਹੜਾ ਹੈਗਾ ਇਹ ਰਵੱਈਆ ਜਿਹੜਾ ਹੈਗਾ ਫਾਈਲਾਂ ਨੂੰ ਉੱਪਰ ਨੀਚੇ ਭੇਜਣ ਦਾ, ਇਹ ਤਾਂ ਹੀ ਬੰਦ ਹੋਏਗਾ ਕਿ ਜੇ ਅੱਜ ਜਿਹੜੇ ਵੀ ਜ਼ਿੰਮੇਵਾਰ ਅਧਿਕਾਰੀ ਹਨ, ਪਟਿਆਲੇ ਦਾ ਪ੍ਰੋਜੈਕਟ ਹੈ, ਪਹਿਲਾਂ ਪ੍ਰੋਜੈਕਟ ਦੁੱਧੜ ਲੱਗਣਾ ਹੈ, ਫਿਰ ਪ੍ਰੋਜੈਕਟ ਨੂੰ ਕਰਤਾ ਜੀ ਅਸੀਂ ਮੋਹਾਲੀ ਲੈ ਕੇ ਅਸੀਂ ਇਹਦੇ ਨਾਲ ਜਿਹੜੀਆਂ 28 ਮਿਊਨਿਸਪਲ ਕਮੇਟੀਆਂ ਪਟਿਆਲਾ ਤੇ ਇਹਨੂੰ ਇਕੱਠੇ ਕਰਕੇ ਲਗਾਉਣਾ ਹੈ ਤੇ ਉੱਥੇ ਜਿਹੜਾ ਹੈਗਾ ਜਿਹੜੀ ਬਿਜਲੀ ਪੈਦਾ ਹੋਏਗੀ ਉਹ ਸੈਂਟਰ ਗਵਰਨਮੈਂਟ NTPC ਖਰੀਦੇਗੀ। ਮੈਂ ਆਪ ਸਾਰੀਆਂ ਮੀਟਿੰਗਾਂ ਦੇ ਵਿੱਚ ਜਾਂਦਾ ਸੀਗਾ, ਮੈਂ ਮੀਟਿੰਗਾਂ ਜਾ ਕੇ ਅਕਸਰ ਗੱਲ ਕਰਦਾ ਸੀ ਕਿ ਤੁਸੀਂ ਏਡੀ ਵੱਡੀਆਂ ਮੀਟਿੰਗਾਂ ਕਰਦੇ ਹੋ, ਏਡੀ ਵੱਡੀਆਂ ਪਲੈਨਿੰਗ ਹੈ, ਪਰ ਇਹਦੇ ਵਿੱਚ ਟਾਈਮ ਤੇ ਜ਼ਿੰਮੇਵਾਰੀ ਸ਼ਬਦ ਕਿਤੇ ਵੀ ਨਹੀਂ ਹੈਗਾ। ਤੇ ਜਦੋਂ ਤੱਕ ਪੰਜਾਬ ਸਰਕਾਰ ਜ਼ਿੰਮੇਵਾਰ ਅਫਸਰਾਂ ਦੀ ਕਿਸੇ ਵੀ ਅਹੁਦੇ ਤੇ ਬੈਠੇ, ਕਿਸੇ ਵੀ ਪੋਸਟ ਤੇ ਬੈਠੇ, ਜਿਹੜੇ ਲੋਕ ਇਹਨਾਂ ਨਾਲ ਜੁੜੇ ਪਏ ਸੀ, ਚਾਹੇ ਪਟਿਆਲੇ ਦਾ ਡੈਰੀ ਪ੍ਰੋਜੈਕਟ ਹੈ, ਚਾਹੇ ਪੰਜਾਬ ਦੇ ਇਹ ਸਾਡੇ ਕੂੜੇ ਨੂੰ ਸਾਂਭ ਸੰਭਾਲ ਵਾਸਤੇ ਸੀਗੇ, ਜਿਨ੍ਹਾਂ ਨੇ ਆਪਣੇ ਫੈਸਲੇ ਨਹੀਂ ਕੀਤੇ ਉਹਨਾਂ ਤੋਂ ਇਹ ਪੈਸਾ ਰਿਕਵਰ ਕਰਨਾ ਪਊਗਾ। ਆਰਥਿਕ ਤੌਰ ਤੇ ਪੰਜਾਬ ਪਹਿਲੇ ਹੀ ਚੰਗਾ, ਬੜਾ ਵੱਡੀ ਰਕਮ ਹੈ 2000 ਕਰੋੜ ਰੁਪਏ, ਵੱਡੀ ਰਕਮ ਹੈ, ਕੀ ਕਹਿਣਾ ਚਾਹੋਗੇ? ਮੈਂ ਸਰ 2000 ਕਰੋੜ ਰੁਪਏ ਤਾਂ ਬਹੁਤ ਵੱਡੀ ਰਕਮ ਹੈ, ਬਿਲਕੁਲ ਠੀਕ ਹੈ। ਜਿਹੜਾ ਪੈਸਾ ਸਰਕਾਰ ਦੇ ਕੋਲ ਅੱਜ ਹਾਲਾਤ ਸਾਡੇ ਮਾਲੀ ਹਾਲਾਤ ਉਹਦੇ ਵਧੀਆ ਨਹੀਂ, ਪਰ ਮੈਂ ਉਹਦੇ ਨਾਲ ਇਹ ਵੀ ਪੁੱਛਣਾ ਚਾਹੁੰਦਾ ਕਿ ਜਿਹੜਾ ਪਿਛਲੇ ਸਮੇਂ ਦੇ ਵਿੱਚ ਇਹਨਾਂ ਪ੍ਰੋਜੈਕਟਾਂ ਨੂੰ ਪੂਰਾ ਨਾ ਹੋਣ ਕਰਕੇ ਜਿਨ੍ਹਾਂ ਨੂੰ ਮੱਖੀ ਮੱਛਰ ਬਿਮਾਰੀ ਨਾਲ ਜੂਝਣਾ ਪੈ ਰਿਹਾ, ਉਸ ਇਲਾਕਿਆਂ ਦੇ ਵਿੱਚ ਬਦਬੂ ਫੈਲੀ ਆ, ਉਹਦੇ ਵਾਸਤੇ ਤੁਸੀਂ ਕੀ ਦੱਸੋ ਕੀ ਜ਼ਿੰਮੇਵਾਰ ਮੈਂ ਸਾਹਿਬ ਅਫਸਰਸ਼ਾਹੀ ਜ਼ਿੰਮੇਵਾਰ ਸਮਝਦਾ। ਦੇਖੋ ਜੀ, ਜੇ ਇਹਦੇ ਵਿੱਚ ਕੋਈ ਵੀ ਤੁਹਾਨੂੰ ਲੱਗਦਾ ਹੈ ਕੋਈ ਵੀ ਟੈਕਨੀਕਲ ਹੈ, ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਹੈ, ਚਾਹੇ ਕਿਸੇ ਕੋਲ ਫਾਈਨੈਂਸ਼ੀਅਲ ਪਾਵਰ ਸੀ, ਚਾਹੇ ਕਿਸੇ ਕੋਲ ਗਵਰਨਮੈਂਟ ਲੈਵਲ ਤੇ ਅਪਰੂਵਲਸ ਨਹੀਂ ਦਿੱਤੀਆਂ, ਚਾਹੇ ਉਹ ਕੋਈ ਵੀ ਕਿਸੇ ਪੋਸਟ ਤੇ ਬੈਠਾ ਹੈ, ਚਾਹੇ ਕੋਈ ਅਧਿਕਾਰੀ ਹੈ, ਚਾਹੇ ਕੋਈ ਮੰਤਰੀ ਹੈ, ਚਾਹੇ ਕੋਈ ਮੇਅਰ ਹੈ, ਸਪਸ਼ਟ ਦੋ ਚਾਰ ਨਾਮ ਹੋ। ਦੇਖੋ ਜੀ, ਇਹ ਤਾਂ ਇਨਕੁਆਇਰੀ ਕਰੋਗੇ ਤੁਹਾਡੇ ਅੱਗੇ ਸਭ ਕੁਝ ਆ ਜਾਊਗਾ। ਇਹ 2000 ਕਰੋੜ ਦਾ ਜੁਰਮਾਨਾ ਇੱਕ ਦਿਨ 1 ਮਿੰਟ ਦੇ ਵਿੱਚ ਨਹੀਂ ਲੱਗਿਆ। ਜੇ ਪਟਿਆਲੇ ਦਾ ਪ੍ਰੋਜੈਕਟ 28 ਅਪ੍ਰੈਲ 2011 ਤੋਂ ਲੈ ਕੇ ਅੱਜ ਤੱਕ ਉਹਦੇ ਉੱਪਰ ਕਿਸੇ ਨੇ ਡੱਕਾ ਨਹੀਂ ਤੋੜਿਆ, ਏਡੀ ਵੱਡੀਆਂ ਫਾਈਲਾਂ ਬਣ ਜਾਂਦੀਆਂ 30 40 ਕਿਲੋ ਦੀਆਂ, ਤੇ ਉਹਦੇ ਵਿੱਚ ਜ਼ਿੰਮੇਵਾਰੀ ਨਾ ਫਿਕਸ ਹੋਵੇ, ਇਸ ਲਈ ਜਿਹੜਾ ਹੈਗਾ ਅਫਸਰ ਜਿਹੜੇ ਹਨ ਇਸ ਤਰੀਕੇ ਦਾ ਟੈਂਡਰ ਕੰਪਲੀਟ ਕਰਦੇ ਆ ਤਾਂ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਇੱਕ ਇਨਕੁਆਇਰੀ ਕਰਕੇ ਜਿਹੜਾ ਹੈਗਾ ਇਹਦੇ ਉੱਪਰ ਜਿਹੜੀ ਹੈਗੀ ਜ਼ਿੰਮੇਵਾਰੀ ਫਿਕਸ ਕਰਨੀ। ਇਨਕੁਆਇਰੀ ਦੇ ਲਈ ਨੋਮੀਨੇਟ ਕਰਨ ਦੀ ਅਫਸਰਾਂ ਨੂੰ ਤੁਸੀਂ ਅਦਾਲਤ ਵਿੱਚ ਜਾ ਸਕਦੇ ਹੋ। ਦੇਖੋ ਜੀ, ਮੈਂ ਤਾਂ ਜਿਹੜੀ ਗੱਲ ਹੈ ਅਸੀਂ ਅੱਜ ਇੱਕ ਹਾਊਸ ਦੇ ਤੌਰ ਤੇ ਅਸੀਂ ਜਿਹੜੇ ਫੈਸਲੇ ਕਰਦੇ ਹਾਂ ਉਹ ਸਮੇਂ ਦੇ ਉੱਪਰ ਸਰਕਾਰ ਨੂੰ ਭੇਜਦੇ ਵੀ ਰਹਿੰਦੇ ਹਾਂ, ਤੇ ਜੇ ਕਿਤੇ ਜ਼ਿੰਦਗੀ 'ਚ ਕਦੇ ਜ਼ਰੂਰਤ ਪਊਗੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸਾਰੀ ਚੀਜ਼ਾਂ ਦੇ ਵਾਸਤੇ, ਚਾਹੇ ਉਹ ਡੈਰੀ ਸ਼ਿਫਟਿੰਗ ਹੈ, ਚਾਹੇ ਕੋਈ ਹੋਰ ਪ੍ਰੋਜੈਕਟ ਹੈ, ਉਹਨਾਂ ਵਾਸਤੇ ਜੇ ਸਾਨੂੰ ਸਰਕਾਰ ਆਪਣੇ ਪੱਧਰ ਤੇ ਕੰਮ ਕਰਦੀ ਹੈ ਤਾਂ ਬਹੁਤ ਵਧੀਆ ਗੱਲ ਹੈ। ਸਰਕਾਰ ਦੇ ਬਹੁਤ ਵੱਡੇ ਵਧੀਆ ਫੈਸਲੇ ਵੀ ਆਏ ਆ। ਆਪਾਂ ਜਿਹੜਾ 80 ਫੁੱਟ ਦੇ ਬੰਦੇ ਵਾਲੀ ਰਿਪੋਰਟ ਜਦੋਂ ਭੇਜੀ ਹੈ ਸਰਕਾਰ ਕੋਲ ਤਾਂ ਉਹਨੇ ਬੜੀ ਤੇਜ਼ੀ ਨਾਲ ਕੰਮ ਕੀਤਾ ਤੇ ਇਸ ਦੇ ਉੱਪਰ ਵੀ ਜਿਹੜਾ ਹੈਗਾ ਅਸੀਂ ਆਸ ਕਰਦੇ ਹਾਂ ਕਿ ਜਿਹੜੀ ਭਗਵੰਤ ਮਾਨ ਸਰਕਾਰ ਹੈ ਇਹ 2000 ਕਰੋੜ ਦੇ ਲਈ ਵੀ ਜ਼ਿੰਮੇਵਾਰ ਅਫਸਰਾਂ ਦੀ ਜਿਹੜੀ ਹੈ ਜ਼ਿੰਮੇਵਾਰੀ 80 ਫੁੱਟ ਬੰਦਿਆਂ ਦੀ ਸੜਕ ਜਿਹੜੀ ਹੈ ਉਹ ਬੜੀ ਤੇਜ਼ੀ ਨਾਲ ਉਹਦੇ ਉੱਪਰ ਕੰਮ ਚਲਾਇਆ ਪਹਿਲਾਂ ਜੀ। ਤੁਸੀਂ ਚਿੱਠੀ ਬੜੀ ਕੈਪਟਨ ਸਾਹਿਬ ਨੂੰ ਮੈਂ ਜੀ ਮਹਾਰਾਜ ਸਾਹਿਬ ਨੂੰ ਵੀ ਲਿਖੀ ਹੈ, ਭਗਵੰਤ ਮਾਨ ਜੀ ਨੂੰ ਵੀ ਲਿਖੀ ਪਹਿਲਾਂ ਨਹੀਂ ਹੋਇਆ ਹੈ। ਕੇਂਦਰ ਦੇਖੋ ਜੀ, ਜਿਹੜਾ ਮੈਂ ਤਾਂ ਹੁਣ ਜਿਹੜੀ ਗੱਲ ਕਹਿ ਸਕਦਾ ਕਿ ਜਦੋਂ ਕੰਮ ਹੋਣਾ ਸੀਗਾ ਪਹਿਲਾਂ ਹੋਰ 100 ਕੰਮ ਹੋਏ, ਇੱਕ ਦਾ ਕੰਮ ਕੋਈ ਡਿਲੇ ਹੋ ਗਿਆ, ਬਾਕੀ ਕੰਮ ਵੀ ਤਾਂ ਹੋਇਆ ਨਾ। ਪਾਰਕ ਮਿਲੇ, ਸਾਡੇ ਪੁਲ ਬਣੇ, ਸਾਡੇ ਵੱਡੀ ਨਦੀ ਦਾ ਪਾਣੀ ਦਾ 15 MLD ਸਾਡੇ STP ਬਣੇ, ਸਾਡੇ ਹਜ਼ਾਰਾਂ ਕੰਮ ਹੋਏ, ਸਾਡੀ ਯੂਨੀਵਰਸਿਟੀ ਆਈ ਤੇ ਉਹਦੇ ਵਿੱਚ ਕੋਈ ਇੱਕ ਦਾ ਕੰਮ ਡਿਲੇ ਹੋ ਗਿਆ। ਜੇ ਪੰਜਾਬ ਸਰਕਾਰ ਨਹੀਂ ਹੁੰਦੀ, ਕੋਰਟ ਜਾਂ CBI ਦੀ ਇਨਕੁਆਇਰੀ ਮੰਗ ਕਰਦੇ ਹੋ? ਦੇਖੋ, ਮੈਂ ਇਹ ਕੋਈ CBI ਦਾ ਮੈਟਰ ਤਾਂ ਨਹੀਂ ਹੈਗਾ, ਤਾਂ 2000 ਕਰੋੜ ਇਹ ਜਿਹੜਾ 2000 ਕਰੋੜ ਹੈ ਇਹ ਨੈਗਲੀਜੈਂਸੀ ਹੈ। ਇੱਕ ਜਿਹੜੀ ਫਿਕਸ ਤਾਂ ਹੋਣੀ ਚਾਹੀਦੀ ਹੈ। ਹਾਂ, ਬਸ ਜਿਹੜੀ ਇੱਕ ਹੈ ਕਿ ਕਰਪਸ਼ਨ ਹੋਈ ਹੈ, ਇੱਕ ਇਹ ਨੈਗਲੀਜੈਂਸੀ ਹੈ, ਗੈਰ ਜ਼ਿੰਮੇਵਾਰੀ ਹੈ ਅਫਸਰਾਂ ਦੀ, ਇੱਕ ਰਵੱਈਆ ਬਣ ਚੁੱਕਿਆ। ਬਿਲਕੁਲ ਉਹ ਆਪਣਾ ਸਮਾਂ ਪਾਸ ਕਰਦੇ ਕਿ ਮੈਂ ਇਸ ਡਿਪਾਰਟਮੈਂਟ 'ਚ 2 ਸਾਲ ਹੀ ਆਇਆ ਕਿ ਅੱਜ ਮੈਂ ਪਟਿਆਲੇ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ, ਹੱਡਾ ਰੋੜੀ ਦੀ ਗੱਲ ਕਰਦਾ, ਪਿੰਡਾਂ ਦੇ ਵਿੱਚੋਂ ਹੱਡਾ ਰੋੜੀਆਂ ਖਤਮ ਕਰਕੇ ਜ਼ਿਲ੍ਹੇ ਲੈਵਲ ਦੇ ਉੱਪਰ ਕਰਤਾ ਕਿ ਹਰੇਕ ਪਿੰਡ ਦੀ ਹੱਡਾ ਰੋੜੀ, ਹਰੇਕ ਜਗ੍ਹਾ ਜਿਹੜੀ ਹੈ ਉਹ ਜਿਹੜੀ ਹੈ ਬਿਮਾਰੀ ਨਾ ਫੈਲੇ, ਮੁਸ਼ਕ ਨਾ ਫੈਲੇ। ਅੱਜ ਪਿੰਡਾਂ ਦੀਆਂ ਹੱਡਾ ਰੋੜੀ ਵੀ ਬੰਦ ਹੋ ਗਈ ਹੈ। ਪਟਿਆਲੇ ਜਿਹੜਾ ਸੀਗਾ ਇਹ ਪ੍ਰੋਜੈਕਟ ਸਿਰੇ ਨਹੀਂ ਚੜਿਆ, ਟੈਂਡਰ ਨਹੀਂ ਹੋਇਆ, ਪਾਤੜਾ ਟੈਂਡਰ ਹੋਇਆ, ਉਹ ਕੰਡੀਸ਼ਨ ਵਾਲੀ। ਤੁਸੀਂ ਦੇਖੋ ਕਿ ਜਿੰਨੇ ਵੀ ਅਜਿਹੇ ਮੁੱਦੇ ਹਨ, ਇੱਕ ਜਿਹੜੀ ਹੱਡਾ ਰੋੜੀ ਦਾ ਮੁੱਦਾ ਵੀ ਬਹੁਤ ਵੱਡਾ ਇਸ ਦੇ ਵਿੱਚ, ਜਿਹਦੇ ਵਿੱਚ ਸਰਕਾਰ ਨੇ ਪਿਛਲੇ 10 ਸਾਲ ਤੋਂ ਲਗਾਤਾਰ ਟੈਂਡਰ ਕਰਾਉਂਦੀ ਹੈ, ਕੋਈ ਟੈਂਡਰ ਲੈਣ ਨਹੀਂ ਆਉਂਦਾ। ਕਿਉਂ ਨਹੀਂ ਲੈਣ ਆਉਂਦਾ? ਟੈਂਡਰ ਹੀ ਇਸ ਨੀਅਤ ਨਾਲ ਕਰਾਇਆ ਜਾਂਦਾ ਕਿ ਇਹ ਕੰਮ ਸਿਰੇ ਨਾ ਚੜ ਜੇ, ਤੇ ਜੇ ਉਹ ਟੈਂਡਰ ਸਿਰੇ ਨਹੀਂ ਚੜਦਾ, ਜਿਹੜੇ ਅਧਿਕਾਰੀ ਨੇ ਟੈਂਡਰ ਬਣਾਇਆ ਉਹਦੇ ਖਿਲਾਫ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ? ਕਿਉਂ ਨਹੀਂ ਉਸਦੀ ਜਿਹੜੀ ਹੈਗੀ ਸਸਪੈਂਸ਼ਨ ਜਾਂ ਉਹਦੀ ਨੌਕਰੀ ਦੇ ਉੱਪਰ ਗੱਲ ਲੈ ਕੇ ਆਈ ਜਾਂਦੀ? ਅੱਜ ਤੱਕ ਤੁਸੀਂ ਦੇਖੋ ਪਟਿਆਲੇ ਦੇ ਵਿੱਚ, ਪੰਜਾਬ ਦੇ ਵਿੱਚ ਜਿੱਥੇ ਵੀ ਕਿਤੇ ਕੋਈ ਬਹੁਤ ਵੱਡੀਆਂ ਸਰਕਾਰ ਦੀਆਂ ਜ਼ਮੀਨਾਂ ਦੇ ਉੱਪਰ ਜਿਹੜੀਆਂ ਨਜਾਇਜ਼ ਉਸਾਰੀਆਂ ਹੋਈਆਂ, ਚਾਹੇ ਕਿਸੇ ਤਰੀਕੇ ਦੇ ਨਾਲ ਹੋਈਆਂ, ਚਾਹੇ ਸਾਡਾ ਰੈਂਡਰਿੰਗ ਦੇ ਪਲਾਂਟ ਦੇ ਵਿੱਚ ਡਿਲੇ ਹੋਇਆ, ਹੱਡਾ ਰੋੜੀ ਦੇ ਉੱਪਰ ਡਿਲੇ ਹੋਇਆ, ਸਾਡੇ ਜਿਹੜੇ ਅੱਜ ਆਹ ਸੋਲਿਡ ਵੇਸਟ ਦਾ ਪ੍ਰੋਜੈਕਟ ਸਾਡਾ 11 ਸਾਲ ਤੋਂ ਲਟਕ ਰਿਹਾ, ਡੈਰੀ ਦਾ ਪ੍ਰੋਜੈਕਟ ਲਟਕ ਰਿਹਾ। ਤੁਸੀਂ ਦੱਸੋ ਇੱਕ ਸਿੰਗਲ ਕਿਸੇ ਅਧਿਕਾਰੀ ਦੇ ਖਿਲਾਫ ਕਦੇ ਕੋਈ ਗੱਲ ਵੀ ਕਿਸੇ ਨੇ ਸੁਣੀ ਹੋਵੇ ਜਾਂ ਕਿਸੇ ਨੇ ਪੁੱਛਿਆ ਵੀ ਹੋਵੇ ਨਾ?
ਤੁਸੀਂ ਕੋਈ ਰਿਟਨ ਕੰਪਲੇਂਟ ਕੀਤੀ ਇਹਨਾਂ ਦੀ? ਮੈਂ ਰਿਟਨ ਕੰਪਲੇਂਟ ਨਹੀਂ ਜੀ, ਮੈਨੇ ਆਪਣੇ ਸਰਕਾਰ ਦੇ ਆਪਣੇ ਜਿਹੜੀ ਮੇਰੀ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਨੂੰ ਡੀਓ ਲੈਟਰਸ ਆਪਣੇ ਲਿਖੇ ਆ, ਇਹਨਾਂ ਦੀ ਕਾਪੀ ਵੀ ਦੇ ਰਹੀ ਹਾਂ। ਇਹ ਲੈਟਰ ਸਿਰਫ ਇਸ ਲਈ ਲਿਖੇ ਸੀਗੇ ਤਾਂ ਕਿ ਕੰਮ ਸਮੇਂ ਸਿਰ ਪੂਰੇ ਹੋ ਜਾਣ ਤੇ ਇਹਨਾਂ ਦੀ ਜ਼ਿੰਮੇਵਾਰੀ ਫਿਕਸ ਹੋਵੇ। ਮੈਂ ਅੱਜ ਵੀ ਸਾਰਿਆਂ ਦੇ ਅੱਗੇ ਇੱਕੋ ਹੀ ਬੇਨਤੀ ਕਰਦਾ ਕਿ ਜਦੋਂ ਤੱਕ ਪੰਜਾਬ ਦੇ ਵਿੱਚ ਜ਼ਿੰਮੇਵਾਰੀ ਕਿਸੇ ਦੀ ਨਹੀਂ ਅਸੀਂ ਸਭ ਦੀ ਫਿਕਸ ਕਰਦੇ, ਇਹ ਕਦੇ ਵੀ ਇੱਕ ਦੂਜੇ ਦੇ ਉੱਪਰ ਗੱਲਾਂ ਗੇਰ ਕੇ ਬਹੁਤ ਇਹ ਇਕੱਲੇ ਰਿਵਾਜ ਪੰਜਾਬ ਦੇ ਵਿੱਚ ਚੱਲਦਾ। ਪੰਜਾਬ ਦੇ ਵਿੱਚ ਬਹੁਤ ਵੱਡੀ ਜ਼ਰੂਰਤ ਹੈ ਕਿ ਇਹ 2000 ਕਰੋੜ ਰੁਪਇਆ ਕਿਸ ਦੀ ਨੈਗਲੀਜੈਂਸੀ ਸੀਗੀ, ਕਿਹਦੀ ਨਲਾਇਕੀ ਸੀ, ਕਿਹਨੇ ਕੰਮ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨਹੀਂ ਸੰਭਾਲੀ, ਉਹ ਜ਼ਿੰਮੇਵਾਰੀ ਫਿਕਸ ਕਰਨੀ ਚਾਹੀਦੀ ਹੈ। 10-15 ਸਾਲ ਤੋਂ ਪ੍ਰੋਜੈਕਟ ਲਟਕ ਰਹੇ ਆ, ਲੋਕੀ ਨਰਕ ਦਾ ਜੀਵਨ ਜੀ ਰਹੇ ਆ, ਉਹਦੇ ਜ਼ਿੰਮੇਵਾਰ ਜਿਹੜੇ ਵੀ ਅਧਿਕਾਰੀ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ, ਇਹਦੀ ਮੰਗ ਕਰਦੇ ਹਾਂ। ਠੀਕ ਹੈ ਜੀ।